ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡਾ ਨਾਲ ਰਮਨ ਬਾਜਵਾ। ਦਰਸ਼ਕੋ, ਤੁਸੀਂ ਹਰ ਰੋਜ਼ ਇਹ ਪ੍ਰੋਗਰਾਮ ਦੇਖਦੇ ਹੋ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਦੁਨੀਆ ਵਿੱਚ ਜੋ ਵਾਪਰ ਰਿਹਾ ਉਸ ਖਬਰ ਦੇ ਪਿੱਛੇ ਅਸਲ ਤੱਥ ਤੇ ਸਹੀ ਜਾਣਕਾਰੀ ਕੀ ਹੈ। ਤੇ ਇਹਨਾਂ ਖਬਰਾਂ ਤੇ ਵਿਸਤਾਰਪੂਰਵਕ ਜਾਣਕਾਰੀ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਚੁੱਕੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਰੋਮਨ ਜੀ। ਪ੍ਰੋਫੈਸਰ ਸਾਹਿਬ, ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਜਿੱਥੇ ਖੇਤੀ ਕਾਨੂੰਨਾਂ ਦੀ ਗੰਭੀਰਤਾ ਨੂੰ ਲੈਂਦਿਆਂ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕੀਤੀ ਹੈ। ਉੱਥੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਸੁਝਾਅ ਦਿੱਤਾ ਕਿ ਕੀ ਖੇਤੀ ਕਾਨੂੰਨਾਂ ਨੂੰ ਅਮਲ ਵਿੱਚ ਲਿਆਂਦਾ ਜਾਣਾ ਜ਼ਰੂਰੀ ਹੈ। ਇਹਨਾਂ ਦੀ ਇਹ ਗੱਲ ਕਹਿ ਰਹੇ ਸੀਗੇ ਕਿ ਜੇ ਕੋਰਟ ਆਪਣਾ ਸਹੀ ਮਾਅਨਿਆਂ ਦੇ ਵਿੱਚ ਰੋਲ ਅਦਾ ਕਰੇ ਤੇ ਇਹ ਸਾਰਾ ਜਿਹੜਾ ਇਸ ਵੇਲੇ ਜਮੂਦ ਜਿਹਨੂੰ ਕਹਿੰਦੇ ਸਟੇਲਮੇਟ ਖੜੋਤ ਆ ਗਈ ਆ, ਗੱਲਬਾਤ ਅੱਗੇ ਨਹੀਂ ਤੁਰ ਰਹੀ, ਉਸ ਨੂੰ ਤੋੜਿਆ ਜਾ ਸਕਦਾ। ਪਰ ਕੋਰਟ ਨੇ ਅੱਧ-ਪਚੱਦੀ ਜੀ ਗੱਲ ਕੀਤੀ ਆ, ਖੁੱਲ੍ਹ ਕੇ ਜੋ ਉਹਨਾਂ ਦੀ ਭੂਮਿਕਾ ਬਣਦੀ ਸੀ ਉਹ ਨਹੀਂ ਕੀਤੀ। ਹੁਣ ਕਿਸ ਕਰਕੇ ਨਹੀਂ ਕੀਤੀ ਹੈ ਤੇ ਕੋਰਟ ਜਾਣੇ। ਪਰ ਹੁਣ ਜੇ CJI ਜਿਹੜੇ ਬੋਬੜੇ ਹੈਗੇ ਆ ਉਹ ਖੁਦ ਉਸ ਦੇ 3 ਜੱਜਾਂ ਸਾਹਿਬਾਨਾਂ ਦੇ ਬੈਂਚ ਦੇ ਹੈੱਡ ਹੈਗੇ ਤੇ ਫਿਰ ਵੀ ਇਹੋ ਜੀ ਗੱਲ ਅੱਧ-ਪਚੱਦੀ ਜੀ ਹੁੰਦੀ ਹੈ ਤਾਂ ਅਫਸੋਸ ਹੀ ਅਸੀਂ ਕਰ ਸਕਦੇ। ਉਹਨਾਂ ਨੇ ਕੀ ਕਿਹਾ ਕਿ ਦੇਖੋ ਜੀ, ਗੱਲ ਇੱਦਾਂ ਆ, ਸਰਕਾਰ ਇੰਜ ਕਰੇ ਕਿ 3 ਕਾਨੂੰਨ ਆ ਉਹਨਾਂ ਨੂੰ ਅਜੇ ਸਸਪੈਂਡ ਕਰਤਾ ਜਾਏ, ਲਾਗੂ ਨਾ ਕੀਤਾ ਜਾਏ। ਤੇ ਇਨ ਦਾ ਮੀਨ ਟਾਈਮ ਉਹਨਾਂ ਨੇ ਚੰਗੀ ਗੱਲ ਜਿਹੜੀ ਇਹ ਕਹੀ ਕਿ ਜਿਹੜਾ ਪੀਸਫੁਲ ਧਰਨੇ ਆ ਉਹਨਾਂ ਨੂੰ ਤੁਸੀਂ ਬਹੁਤਾ ਇੱਧਰ ਉੱਧਰ ਨਹੀਂ ਕਰ ਸਕਦੇ। ਪਰ ਨਾਲ ਹੀ ਉਹਨਾਂ ਨੇ ਦੂਜੀ ਗੱਲ ਵੀ ਇਹ ਕਿੰਨੀ ਕੁ ਦੇਰ ਲੱਗੇ ਰਹਿਣਗੇ, ਗੱਲਬਾਤ ਚੱਲਣੀ ਚਾਹੀਦੀ ਹੈ। ਗੱਲਬਾਤ ਜੇ ਨਹੀਂ ਚੱਲਦੀ ਕੋਈ ਕਮੇਟੀ ਬਣਾ ਲੈਂਦੇ ਆ, ਕਮੇਟੀ ਦੇ ਵਿੱਚ PSI ਨਾਥ ਦਾ ਨਾਂ ਵੀ ਉਹਨਾਂ ਨੇ ਮੈਂਸ਼ਨ ਕਰਤਾ। ਮੈਨੂੰ ਇਹ ਲੱਗਦਾ ਕਿ ਅਸਲ 'ਚ ਜਿਹੜੀ ਜੱਜ ਸਾਹਿਬਾਨ ਦਾ ਬੈਂਚ ਸੀਗਾ ਉਹ ਅਸਲੀਅਤ ਨੂੰ ਤੇ ਸਮਝਦੇ ਆ, ਪਰ ਕਿਸ ਕਰਕੇ ਕੀ ਉਹਨਾਂ ਦੇ ਮਨ ਦੇ ਉੱਤੇ ਕਿਹੜੀ ਚੀਜ਼ ਦਾ ਡਰ ਜਾਂ ਦਬਾਅ ਜਾਂ ਕੀ ਹੈ ਕਿ ਉਹ ਖੁੱਲ੍ਹ ਕੇ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਉਹ ਨਹੀਂ ਕੀਤੀਆਂ। ਇੱਕ ਪਾਸੇ PSI ਨਾਥ ਜਿਹੜੇ ਉੱਥੇ ਕਿਸਾਨਾਂ ਦੀ ਸਟੇਜ ਤੋਂ ਬੋਲ ਚੁੱਕੇ ਆ। ਆਪਾਂ ਜਾਣਦੇ ਹਾਂ ਕਿ ਦੇਸ਼ ਦੇ ਕਿਸਾਨਾਂ ਦੇ ਉਹ ਜਿਹੜੇ ਉਹਨਾਂ ਦੀ ਥੀਰੀ ਹੁੰਦੀ ਆ, ਕਿਸੇ ਕਿਸਮ ਦੀ ਵਾਰਤਾਲਾਪ ਉਹਨਾਂ ਦੇ, ਉਹ ਇੱਕ ਹੀਰੋ ਹੈਗੇ ਆ। ਉਹ ਲਗਾਤਾਰ ਅੱਜ ਤੋਂ ਨਹੀਂ ਬੜੀ ਦੇਰ ਤੋਂ ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਲਿਖਦੇ ਆ ਰਹੇ ਆ ਕਿਸਾਨਾਂ ਦੀਆਂ ਕੀ ਮੁਸੀਬਤਾਂ। ਤੇ ਜੇ ਉਹਨਾਂ ਦਾ ਨਾਂ ਉਸ ਕਮੇਟੀ 'ਚ ਮੈਂਸ਼ਨ ਕੀਤਾ ਜਾਂਦਾ ਸਪੈਸੀਫਿਕਲੀ ਤੇ ਇਹਦਾ ਮਤਲਬ ਉਹਨਾਂ ਦੇ ਦਿਲ 'ਚ ਤੇ ਠੀਕ ਆ ਗੱਲਾਂ ਕਿ ਉਹ ਸਮਝ ਗਏ ਆ ਕਿ ਜੋ ਵੀ ਕਾਨੂੰਨ ਪਾਸ ਹੋਏ ਆ ਉਹਦੇ 'ਚ ਕਾਫੀ ਵਿਗਾੜ, ਕਾਫੀ ਘਾਟਾਂ ਹੈ ਜਿਹੜੀਆਂ ਸੋਧਾਂ ਕਰਕੇ ਵੀ ਠੀਕ ਨਹੀਂ ਹੋ ਸਕਦੀਆਂ। ਪਰ ਨਾਲ ਹੀ ਤੁਸੀਂ ਜੇ ਕਹਿਣਾ ਸੀ ਤੇ ਕਹਿਣੀ ਕਿਹੜੀ ਗੱਲ ਚਾਹੀਦੀ ਸੀ, ਅਸੀਂ ਜਿਹੜੀ ਬੜੇ ਦਿਨਾਂ ਤੋਂ ਕਹਿ ਰਹੇ। ਪਹਿਲੀ ਗੱਲ ਬੜੀ ਸਾਫ਼ ਗੱਲ ਹੈ ਜਿਹੜੀ PSI ਨਾਥ ਨੇ ਵੀ ਅੱਜ ਕਹਿ ਹੀ ਦਿੱਤੀ ਹੈ। ਉਹਨੇ ਕਿਹਾ ਕਿ ਦੇਖੋ ਇਹ ਅਧਿਕਾਰ ਖੇਤਰ ਹੈ ਹੀ ਨਹੀਂ ਸੈਂਟਰ ਦਾ, ਬਿਲਕੁਲ ਹੀ ਸੂਬਿਆਂ ਪ੍ਰਤੀ ਕੋਈ ਇਹੋ ਜਿਹੇ ਕਾਨੂੰਨ ਬਣਾਉਣੇ ਖੇਤੀ ਪ੍ਰਤੀ, ਇਹ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਹੈ। ਤੇ ਇਹੋ ਹੀ ਪਲੀ ਜਿਹੜੀ ਹੈ ਸੁਪਰੀਮ ਕੋਰਟ ਨੂੰ ਲੈਣੀ ਚਾਹੀਦੀ ਸੀ ਕਿ ਦੇਖੋ ਜੀ ਇਹ ਕਾਨੂੰਨ ਇਸ ਕਰਕੇ ਗਲਤ ਹੈਗੇ ਆ, ਅਸੀਂ ਇਹਨਾਂ ਨੂੰ ਰਿਪੀਲ ਕਰਦੇ ਹਾਂ, ਅਸੀਂ ਇਹਨਾਂ ਨੂੰ ਖਤਮ ਕਰਦੇ ਹਾਂ। ਰਿਪੀਲ ਦਾ ਮਤਲਬ ਵਿਦਡਰਾ ਹੁੰਦੇ ਆ, ਕਿਉਂਕਿ ਇਹ ਸੈਂਟਰ ਸਰਕਾਰ ਨੇ, ਕੇਂਦਰੀ ਸਰਕਾਰ ਨੇ ਸੂਬਿਆਂ ਦੇ ਸੰਘੀ ਢਾਂਚੇ ਦੀ ਸੰਘੀ ਕੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਇੱਕ ਤੇ ਇਹ ਆਧਾਰ ਸੀ, ਦੂਜਾ ਉਹਨਾਂ ਕੋਲ ਟੈਕਨੀਕਲ ਆਧਾਰ ਸੀ। ਟੈਕਨੀਕਲ ਆਧਾਰ ਵੀ ਕੋਰਟਾਂ ਦੇ ਵਿੱਚ ਬਹੁਤ ਅਹਿਮੀਅਤ ਰੱਖਦੇ ਆ, ਉਹਦੇ ਤੇ ਵੱਡੇ ਵੱਡੇ ਕੇਸ ਡਿਸਾਈਡ ਹੋ ਜਾਂਦੇ ਆ। ਜਿਸ ਤਰ੍ਹਾਂ ਹੁਣ ਮਰਡਰ ਦੇ ਵਿੱਚ ਜੇ ਕੋਈ ਪ੍ਰੂਫ ਜਾਂ ਵਿਟਨੈਸ ਨਾ ਮਿਲੇ ਤੇ ਭਾਵੇਂ ਮਰਡਰ ਸਾਰੀ ਦੁਨੀਆ ਨੂੰ ਪਤਾ ਹੋਵੇ, ਉਹਨੂੰ ਸਜ਼ਾ ਬੰਦੇ ਨੂੰ ਨਹੀਂ ਮਿਲਦੀ ਟੈਕਨੀਕਲ ਗਰਾਊਂਡ ਦੇ ਉੱਤੇ। ਇਸੇ ਤਰੀਕੇ ਨਾਲ ਟੈਕਨੀਕਲ ਗਰਾਊਂਡ ਰਾਜ ਸਭਾ ਵਾਲੀ ਬੜੀ ਉਹਨਾਂ ਕੋਲ ਸੋਲਿਡ ਸੀਗੀ ਔਰ ਉਹ ਕਹਿ ਸਕਦੇ ਸੀਗੇ ਕਿ ਡਿਵੀਜ਼ਨ ਆਫ ਵੋਟ ਰਾਜ ਸਭਾ ਦੇ ਵਿੱਚ ਨਹੀਂ ਹੋਈ, ਇਸ ਕਰਕੇ ਇਹ ਕਾਨੂੰਨ ਜਿਹੜੇ ਆ ਅਸੀਂ ਵਾਪਸ ਕਰਦੇ ਹਾਂ, ਇਸ ਨੂੰ ਦੁਬਾਰਾ ਲਿਜਾਇਆ ਜਾਊ। ਇਹ ਉਹਨਾਂ ਨੇ ਹਿੰਮਤ ਨਹੀਂ ਜੁਟਾਈ, ਅੱਧ-ਪਚੱਦਾ ਜਿਹਾ ਕੰਮ ਕੀਤਾ। ਮਾੜਾ ਜਿਹਾ ਇਹ ਜ਼ਰੂਰ ਦੱਸਦਾ ਸੈਂਟਰ ਦੀ ਸਰਕਾਰ ਨੂੰ ਕਿ ਦੇਖੋ ਸਾਡੀ ਜਿਹੜੀ ਸਿੰਪਤੀ ਹੈ ਤੇ ਕਿਸਾਨਾਂ ਨਾਲ, ਭਾਵੇਂ ਅਸੀਂ ਖੁੱਲ੍ਹ ਕੇ ਨਹੀਂ ਕਹਿ ਪਾ ਰਹੇ ਤਾਂ ਦੋਵੇਂ ਗੱਲਾਂ ਹੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹਨੂੰ ਸਸਪੈਂਡ ਕੀਤਾ ਜਾਏ, ਕਮੇਟੀ ਬਣਾਈ ਜਾਏ, ਉਹਦੇ 'ਚ ਕਿਸਾਨ ਵੀਰ 8 ਜਥੇਬੰਦੀਆਂ ਨੂੰ ਉਹਨਾਂ ਨੇ ਨਾਂ ਲੈ ਕੇ, ਜਿਹੜੀਆਂ ਮੁੱਖ ਜਥੇਬੰਦੀਆਂ ਆ ਉਹਨਾਂ ਦਾ ਵੀ ਨਾਂ ਲੈ ਕੇ ਕਿਹਾ ਕਿ ਉਹ ਇਸ ਪ੍ਰਕਿਰਿਆ, ਜਿਹੜੀ ਕਾਨੂੰਨੀ ਪ੍ਰਕਿਰਿਆ, ਭਾਵੇਂ ਉਹ ਕੋਰਟ ਦੀ ਆ ਭਾਵੇਂ ਅਦਰਵਾਈਜ਼ ਆ, ਉਹਦੇ 'ਚ ਉਹ ਸ਼ਾਮਲ ਹੋਣ। ਹੁਣ ਇਹ ਅੱਜ ਕਿਸਾਨ ਵੀਰ ਸਾਰੇ ਉਹਨਾਂ ਨੇ ਜਿਹੜੇ ਵੱਡੇ ਵੱਡੇ ਵਕੀਲ ਹੈਗੇ ਉਹ ਚਾਰੇ ਹੋਏ, ਪ੍ਰਸ਼ਾਂਤ ਭੂਸ਼ਣ ਆ, ਦਵੇ ਹੈ, ਹੋਰ ਵੀ 2 ਵਕੀਲ ਹੋਰ ਹੈ, ਉਹਦੇ 'ਚ ਫੂਲਕਾ ਸਾਹਿਬ ਵੀ ਹੈ, ਤੇ ਇਹਨਾਂ ਸਾਰਿਆਂ ਨੂੰ ਕੋਲਿਨ ਗੌਨਸਾਲਵੀਜ਼ ਹੈ, ਇਹ 4 ਬੜੇ ਅਹਿਮ ਵਕੀਲ ਆ ਜਿਨ੍ਹਾਂ ਨਾਲ ਅੱਜ ਕਿਸਾਨ
ਵੀਰ ਮੀਟਿੰਗਾਂ ਕਰਨਗੇ ਔਰ ਮੀਟਿੰਗ ਕਰਨ ਤੋਂ ਬਾਅਦ ਇਸ ਪਹਿਲਾਂ ਚੀਜ਼ਾਂ ਨੂੰ ਸਮਝਣਗੇ ਕਿ ਕਾਨੂੰਨੀ ਪ੍ਰਕਿਰਿਆ ਦਾ ਅਰਥ ਕੀ ਹੈ। ਫਿਰ ਇਹ ਆਪਣੇ ਤੌਰ ਤੇ ਸੋਚਣਗੇ ਕਿ ਅਸੀਂ ਰਾਜਨੀਤੀ ਵੱਲ ਜਾਣਾ ਜਾਂ ਕਾਨੂੰਨ ਵੱਲ ਜਾਣਾ। ਉਹ ਅੱਜ ਗੱਲਬਾਤ ਤੈਅ ਹੋ ਗਈ ਆ, ਕਿਸਾਨ ਵੀਰ ਕਰਨਗੇ। ਪਰ ਨਾਲ ਹੀ ਇੱਥੇ ਜਿਹੜੀ ਗੱਲ ਸਭ ਤੋਂ ਮੈਨੂੰ ਲੱਗਦਾ ਅਹਿਮ ਹੈ ਕਿ ਜੋ ਇਹ ਜਮੂਦ ਟੁੱਟਣ ਦਾ ਰਾਹ ਦਿਖਾਇਆ ਸੁਪਰੀਮ ਕੋਰਟ ਨੇ, ਉਹ ਉਸ ਨੂੰ ਕੋਈ ਬਹੁਤ ਵੱਡੇ ਪੱਧਰ ਤੇ ਉਹਦਾ ਵੈਲਕਮ ਨਹੀਂ ਹੋਇਆ। ਹਾਲਾਂਕਿ ਰਾਹਤ ਜ਼ਰੂਰ ਮਿਲੀ ਹੈ, ਚੰਗੀ ਗੱਲ ਜ਼ਰੂਰ ਸਾਨੂੰ ਸਾਰਿਆਂ ਨੂੰ ਲੱਗੀ ਹੈ ਕਿ ਆਖਿਰਕਾਰ ਦੇਸ਼ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਪੂਰੀ ਤਰ੍ਹਾਂ ਇਸ ਗੱਲ ਨੂੰ, ਜਿਸ ਤਰ੍ਹਾਂ ਕਿ ਅੱਜ ਵੀ ਤੋਮਰ ਜਾਂ ਮੋਦੀ ਜੀ ਜਾਂ ਹੋਰ ਉਹਨਾਂ ਦੇ ਜਿਹੜੇ ਕੈਬਨਿਟ ਆ ਉਹ ਲਗਾਤਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਕਾਨੂੰਨਾਂ ਦਾ ਬਹੁਤ ਫਾਇਦਾ, ਉਹਦੇ ਤੋਂ ਹਟ ਕੇ ਇਸ ਕਿਸਮ ਦੀ ਉਹਨਾਂ ਨੇ ਸੁਜੈਸ਼ਨ ਦਿੱਤੇ ਆ। ਪਰ ਮੇਰਾ ਖਿਆਲ ਹੈ ਕਿ ਕੋਰਟ ਨੂੰ ਹੋਰ ਵੀ ਦਮਖਮ ਦਿਖਾਉਣਾ ਚਾਹੀਦਾ ਸੀਗਾ, ਜਿਹੜਾ ਅੱਜ ਬਹੁਤ ਹੀ ਲੋੜ ਸੀ। ਇਹਦੇ ਨਾਲ ਹੋਣਾ ਕੀ ਸੀ ਕਿ ਜਿਹੜਾ ਕੋਰਟ ਦੇ ਉੱਤੇ ਕਿਸਾਨਾਂ ਦਾ, ਜਨਤਾ ਦਾ, ਦੇਸ਼ ਦੇ ਲੋਕਾਂ ਦਾ, ਹੋਰ ਸੋਸ਼ਲ ਐਕਟਿਵਿਸਟਾਂ ਦਾ ਭਰੋਸਾ ਬਣਨਾ ਸੀ ਕਿ ਲੋੜ ਪੈਣ ਦੇ ਉੱਤੇ ਕੋਰਟ ਸਾਡਾ ਹਥਿਆਰ ਬਣ ਸਕਦੀ ਆ। ਪਰ ਮੇਰਾ ਖਿਆਲ ਉਸ ਚੀਜ਼ ਤੋਂ ਉਕਤਾ ਗਈ ਹੈ ਕੋਰਟ ਨੂੰ। ਅਜੇ ਵੀ ਉਹ ਗੱਲ ਖਤਮ ਨਹੀਂ ਹੋਈ। ਹੁਣ ਵੀ ਭਾਵੇਂ ਵਿੰਟਰ ਦੀਆਂ ਛੁੱਟੀਆਂ ਇਹ ਕੇਸ ਜਾਰੀ ਰਹੂਗਾ। बिल्कुल जी, ये अगर कोर्ट में गल चली गई है तो लड़ाई जो है वो लंबी रहने वाली है, ये अपन सब को मान के चलना पड़ेगा। हाँ रोमन, दूसरे पासे ਜਿਹੜੀ ਮਾੜੀ ਗੱਲ ਅਜੇ ਵੀ ਲੱਗ ਰਹੀ ਹੈ ਕਿ ਇਸ ਗੱਲ ਨੂੰ, ਕਿ ਇਸ ਸੁਜੈਸ਼ਨ ਨੂੰ ਜਿਹੜਾ ਕੋਰਟ ਨੇ ਦਿੱਤਾ, ਸੁਪਰੀਮ ਕੋਰਟ ਨੇ ਦਿੱਤਾ, ਜਾਨੀ CJI ਦੀ ਆਪਣੀ ਜੱਜਮੈਂਟ ਦੇ ਵਿੱਚ ਹੈ ਕਿ ਤੁਸੀਂ ਇਸ ਨੂੰ ਸਸਪੈਂਡ ਕਰ ਦਿਓ, ਮਤਲਬ ਅਜੇ ਤੱਕ ਇਹਨੂੰ ਇੰਪਲੀਮੈਂਟ ਨਾ ਕਰੋ। ਸਰਕਾਰ ਨੇ ਇਸ ਗੱਲ ਨੂੰ ਸਿਰਿਓਂ ਹੀ ਖਾਰਜ ਕਰ ਦਿੱਤਾ। ਉਹਨਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਕਰ ਸਕਦੇ। ਉਹਦਾ ਮੁੱਖ ਕਾਰਨ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ, ਹਰਿਆਣਾ ਤੇ ਥੋੜੇ ਜਿਹੇ ਪੱਛਮੀ ਯੂਪੀ ਜਾਂ ਹੋਰ ਥੋੜੇ ਜਿਹੇ ਕਿਸਾਨ ਰਾਜਸਥਾਨ ਦੇ ਆ, ਉਹਨਾਂ ਨੂੰ ਉਹ ਆਪੇ ਅੱਕ ਥੱਕ ਕੇ ਘਰੇ ਚਲੇ ਜਾਣਗੇ ਤੇ ਅਸੀਂ ਫਿਰ ਬਾਕੀ ਦੇਸ਼ ਦੇ ਵਿੱਚ ਕਾਰਪੋਰੇਟਾਂ ਦੀਆਂ ਪੂਰੀਆਂ ਮੌਜਾਂ ਲਵਾਵਾਂਗੇ। ਇਸ ਗੱਲ ਤੇ ਸਰਕਾਰ ਅੜੀ ਬੈਠੀ ਆ। ਮੇਰਾ ਖਿਆਲ ਹੈ ਕਿ ਇਹ ਕਦਮ ਅੱਗੇ ਤੇ ਜ਼ਰੂਰ ਵਧੇ ਆ, ਸਰਕਾਰ ਨੂੰ ਭੱਜਣ ਦਾ ਰਸਤਾ ਤੇ ਜ਼ਰੂਰ ਦਿਖਾਇਆ ਆ ਕੋਰਟ ਨੇ, ਪਰ ਸਰਕਾਰ ਅਜੇ ਵੀ ਆਪਣੀ ਅੜੀ ਦੇ ਉੱਤੇ ਅੜੀ ਹੋਈ ਹੈ। ਹਾਂਜੀ ਜੀ ਪ੍ਰੋਫੈਸਰ ਸਾਹਿਬ, ਸਾਡੀ ਅਗਲੀ ਖਬਰ ਹੈ ਕਿ ਕੱਲ ਦਾ ਦਿਨ ਜੋ ਸੀ ਉਹ ਸਾਰਾ ਦਿਨ ਦਿੱਲੀ ਮੋਰਚੇ ਦਾ ਉਹ ਬਾਬਾ ਰਾਮ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਰਿਹਾ ਹੈ। ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਕੱਲ ਸਾਰਾ ਦਿਨ। ਇਸ ਮੌਕੇ ਵੱਖ-ਵੱਖ ਮੰਤਰੀ ਵੀ ਉੱਥੇ ਮੌਜੂਦ ਰਹੇ ਨੇ। ਇਸ ਦੌਰਾਨ ਬਾਬਾ ਰਾਮ ਸਿੰਘ ਦਾ ਇੱਕ ਹੋਰ ਸੁਸਾਈਡ ਨੋਟ ਵੀ ਬਰਾਮਦ ਹੋਇਆ। ਹਾਂ, ਕੱਲ ਮੈਂ ਉਸ ਨੂੰ ਕੁਝ TV ਚੈਨਲਾਂ ਨੇ ਉਸ ਨੂੰ ਡਿਟੇਲ 'ਚ ਦਿਖਾਇਆ। ਉਹ ਬੜੀ ਡਿਟੇਲ, ਮਤਲਬ ਸਾਰਾ ਇੱਕ ਅਲੱਗ ਚਿੱਠੀ ਹੋਰ ਸੀਗੀ, ਉਹ ਵੀ ਉਸੇ ਨਾਲ ਹੀ ਸੰਬੰਧਿਤ ਸੀਗੀ। ਇੱਕ ਜਿਹੜੀ ਤੁਰੰਤ ਲਿਖੀ ਹੱਥ ਨਾਲ ਚਿੱਠੀ ਸੀ ਔਰ ਉਹਦੇ ਥੱਲੇ ਉਹ ਕਾਪੀ ਮੇਰੇ ਕੋਲ ਵੀ ਆਈ ਹੈ, ਜਿਹੜੀ ਕੱਲ ਵਾਲੀ, ਪਰਸੋਂ ਵਾਲੀ ਜਿਹੜੀ ਛਾਇਆ ਹੋਈ ਹੈ। ਜਿਹੜੀ ਕੱਲ ਹੋਈ ਆ ਉਹ ਮੇਰੇ ਕੋਲ ਕਾਪੀ ਨਹੀਂ, ਪਰ ਪਹਿਲੀ ਜਿਹੜੀ ਪਰਸੋਂ ਵਾਲੀ 'ਚ ਉਹਦੇ 'ਚ ਲਿਖਿਆ ਸੀ ਥੱਲੇ ਕਿ ਜਿਹੜੀ ਮੇਰੀ ਪਹਿਲੀ ਚਿੱਠੀ ਹੈਗੀ ਆ ਉਹ ਉਹਦੇ ਨਾਲੋਂ ਇਹ ਮੇਰੀ ਚਿੱਠੀ ਅਲੱਗ ਹੈਗੀ। ਇਹਦਾ ਮਤਲਬ ਦੋਵੇਂ ਨੂੰ ਜੇ ਤੁਸੀਂ ਰਲਾ ਕੇ ਪੜ੍ਹੋ ਤੇ ਵਾਕਿਆ ਹੀ ਉਹ ਕਿੰਨੇ ਸੰਵੇਦਨਸ਼ੀਲ ਹੋਣਗੇ, ਕਿੰਨੀ ਉਹਨਾਂ ਦੀ ਇਸ ਗੱਲ ਲਈ ਮਨ ਦੇ ਵਿੱਚ ਤੜਪ ਹੋਊਗੀ, ਕਿੰਨਾ ਲੋਕਾਂ ਨੂੰ ਉਹ ਪਿਆਰ ਕਰਦੇ ਹੋਣਗੇ, ਕਿੰਨਾ ਉਹਨਾਂ ਅਸੂਲਾਂ ਦੇ ਉੱਤੇ ਪੂਰੇ ਉਤਰਨ ਲਈ ਉਹ ਦਲੇਰਾਨਾ ਵੀ ਹੋਣਗੇ ਔਰ ਬਜ਼ਿੱਦ ਵੀ ਹੋਣਗੇ। ਇੱਥੋਂ ਆਪਾਂ ਇਹਨਾਂ ਚਿੱਠੀਆਂ ਨੂੰ ਹੀ ਅੰਦਾਜ਼ਾ ਲਾ ਸਕਦੇ ਹਾਂ। ਮੈਨੂੰ ਯਾਦ ਆ ਰਿਹਾ ਸੀਗਾ ਜਿਵੇਂ ਰੋਹਿਤ ਵੈਮੁਲਾ ਨੇ ਆਪਣਾ ਸੁਸਾਈਡ ਨੋਟ ਲਿਖਿਆ ਸੀ ਤੇ ਉਹ ਨੈਸ਼ਨਲ ਟੀਵੀਆਂ ਨੇ ਵੱਡੇ ਪੱਧਰ ਤੇ ਇੱਕ ਕਿਸਮ ਦਾ ਮੈਨੀਫੈਸਟੋ ਦਲਿਤ ਸਟੂਡੈਂਟਸ ਲਈ, ਪਛੜੇ ਸਟੂਡੈਂਟਸ ਲਈ, ਗਰੀਬ ਸਟੂਡੈਂਟਸ ਲਈ ਉਹ ਮੈਨੀਫੈਸਟੋ ਸੀ। ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬੀ ਕਈ ਵਾਰੀ ਇਹਨਾਂ ਗੱਲਾਂ ਨੂੰ ਧਿਆਨ ਨਹੀਂ ਦਿੰਦੇ, ਮੈਂ ਕਹੂੰਗਾ ਕਿ ਧਿਆਨ ਦੇਣਾ ਚਾਹੀਦਾ। ਉਹ ਨੋਟ ਨੂੰ ਚੰਗੇ ਤਰੀਕੇ ਦੇ ਨਾਲ ਸਾਰੀਆਂ ਭਾਸ਼ਾਵਾਂ 'ਚ, ਇੰਡੀਆ ਦੀਆਂ ਸਾਰੀਆਂ ਭਾਸ਼ਾਵਾਂ 'ਚ ਟਰਾਂਸਲੇਟ ਕਰਕੇ ਉਹ ਦੂਰ ਤੱਕ ਜਾਣਾ ਚਾਹੀਦਾ ਕਿ ਉਹਨਾਂ ਨੇ ਅਸਲ 'ਚ ਇਹ ਸੁਸਾਈਡ, ਜਿਹਨੂੰ ਜਨਰਲੀ ਅਸੀਂ ਬੁਜ਼ਦਿਲੀ ਕਹਿੰਦੇ, ਇਸ ਤਰ੍ਹਾਂ ਨਹੀਂ ਹੈ। ਇਹ ਕੁਰਬਾਨੀ ਦਿੱਤੀ ਆ ਉਹਨਾਂ ਨੇ ਆਪਣੇ ਬੜੇ ਸੋਚਣ ਦੇ ਬਾਅਦ, ਸਮਝ ਤੋਂ ਬਾਅਦ, ਜਿਸ ਤਰ੍ਹਾਂ ਰੋਹਿਤ ਵੈਮੁਲਾ ਨੇ ਕੀਤਾ ਸੀਗਾ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ। ਬਿਲਕੁਲ ਉਹੀ ਪੈਟਰਨ ਆ ਕਿ ਇਸ ਤਰੀਕੇ ਦੇ ਨਾਲ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਔਰ ਉਹਨਾਂ ਨੇ ਕਿਹਾ ਕਿ ਹਰ ਕਿਸੇ ਕੋਲ ਕੁਛ ਨਾ ਕੁਛ ਦੇਣ ਲਈ ਹੈ, ਕੋਈ ਰੁਤਬਾ ਦੇ ਰਿਹਾ ਵਾਪਸ ਕਰ ਰਿਹਾ, ਕੋਈ ਮੈਡਲ ਵਾਪਸ ਕਰ ਰਿਹਾ, ਪਰ ਜਿਹੜੀ ਇੱਕ ਤੁਹਾਡੀ ਜਾਨ ਹੁੰਦੀ ਹੈ, ਤੁਹਾਡਾ ਸਰੀਰ ਹੁੰਦਾ, ਸਭ, ਹਾਂ ਬਿਲਕੁਲ, ਬਹੁਤ ਸਭ ਤੋਂ ਅਹਿਮ ਉਹ ਤੁਹਾਡੇ ਲਈ ਹੁੰਦਾ। ਤੇ ਉਹ ਉਹਨਾਂ ਨੇ ਸੈਕਰੀਫਾਈਸ, ਕੁਰਬਾਨੀ ਦੇ ਕੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਪੱਥਰ ਦਿਲ ਲੋਕ ਆ, ਮੋਦੀ ਜੀ,
ਉਹਨਾਂ ਦੇ ਹੋਰ ਅਮਿਤ ਸ਼ਾਹ ਹੈਗੇ ਆ ਜਾਂ ਥੱਲੇ ਮਿਨਿਸਟਰ ਸਾਹਿਬਾਨ ਤੋਮਰ ਜੀ ਹੈ ਜਾਂ ਪਿਊਸ਼ ਗੋਇਲ ਹੈ, ਉਹ ਸੋਚਣ ਲਈ ਮਜਬੂਰ ਹੋਣ। ਪਰ ਮੈਨੂੰ ਅਫਸੋਸ ਹੈ ਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਬਿਆਨ ਸਰਕਾਰ ਦੇ ਅਜੇ ਵੀ ਇਹ ਆ ਰਹੇ ਆ। ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਇੰਪਲੀਮੈਂਟੇਸ਼ਨ, ਇਹਨਾਂ ਨੂੰ ਲਾਗੂ ਕਰਨਾ ਬੰਦ ਕਰੋ, ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਇਹ ਤੇ ਇਸੇ ਤਰ੍ਹਾਂ ਹੀ ਰਹਿਣਗੇ, ਅਸੀਂ ਇਹਨਾਂ ਨੂੰ ਸਸਪੈਂਡ, ਇਹਨਾਂ ਦੀ ਲਾਗੂ ਕਰਨਾ ਸਸਪੈਂਡ ਨਹੀਂ ਕਰ ਸਕਦੇ। ਇਸ ਦਾ ਮਤਲਬ ਕਿ ਅਜੇ ਹੋਰ ਵੀ ਕੁਰਬਾਨੀਆਂ ਦੀ ਇਹ ਸਰਕਾਰ ਮੰਗ ਕਰ ਰਹੀ ਆ, ਜਿਹਦੇ ਲਈ ਪੰਜਾਬੀ ਤਿਆਰ ਆ। ਵੱਡੇ ਪੱਧਰ ਤੇ ਯੂਨੀਅਨਾਂ ਨੇ ਕਿਹਾ ਕਿ ਹਰ ਪਿੰਡ ਵਿੱਚੋਂ ਇੱਕ ਇੱਕ ਟਰਾਲੀ ਹੋਰ ਉੱਥੇ ਪਹੁੰਚ ਜਾਓ। ਇਹਦਾ ਮਤਲਬ 12,000 ਟਰਾਲੀਆਂ ਦੀ ਹੋਰ ਉੱਥੇ ਮੰਗ ਕੀਤੀ ਜਾ ਰਹੀ ਆ। ਕਿੰਨੀ ਇਹ ਸਰਕਾਰ ਨਹੀਂ ਜੇ ਇਸ ਤਰ੍ਹਾਂ ਹੀ ਕਰੂਗੀ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਮਾਮਲਾ ਆ ਸੁਲਝਣ ਦੀ ਜਗ੍ਹਾ ਹੋਰ ਪਚੀਦਾ ਬਣਦਾ ਜਾਊਗਾ। ਜੀ ਪ੍ਰੋਫੈਸਰ ਸਾਹਿਬ, ਕਿਸਾਨ ਅੰਦੋਲਨ ਨੂੰ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਹੁਣ ਅਮਰੀਕੀ ਸਿੱਖ ਜਥੇਬੰਦੀਆਂ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨ ਦਾ ਠੇਕਾ ਨਾ ਲੈਣ। ਦੇਖੋ ਕਿੰਨੀ ਚੰਗੀ ਗੱਲ ਹੈ। ਮਤਲਬ ਦੇਸ਼ਾਂ ਵਿਦੇਸ਼ਾਂ ਚੋਂ ਇਕੱਲੇ ਪ੍ਰੋਟੈਸਟ ਵਿੱਚ ਨਹੀਂ, ਹਰ ਬੰਦਾ ਕਹਿੰਦਾ ਕਿ ਮੈਂ ਇਹਦੇ ਵਿੱਚ ਇਸ ਯੱਗ 'ਚ ਜਿਹੜਾ ਇੱਕ ਨਵਾਂ ਜੋਸ਼ ਲੋਕਾਂ ਦਾ, ਔਰ ਇੱਕ ਬੜੀ ਵੱਡੀ ਮੈਨੂੰ ਤੇ ਲੱਗਦਾ ਯੂਨੀਵਰਸਿਟੀ ਖੁੱਲ ਗਈ ਆ ਉੱਥੇ ਪੋਲੀਟੀਕਲ ਸਾਇੰਸ ਦੀ, ਜਿਹੜੀ ਕਿ ਜਿਹਦੇ ਵਿੱਚ ਵੱਡੇ ਵੱਡੇ ਇੰਟੈਲੈਕਚੁਅਲਸ ਨੂੰ ਵੀ ਕਿਸਾਨਾਂ ਨੇ ਪੜ੍ਹਨੇ ਪਾਤਾ ਕਿ ਅਸਲੀਅਤ ਵਿੱਚ ਰਾਜਨੀਤਿਕ ਸਿੱਖਿਆ ਜਿਹੜੀ ਆ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ। ਉਹਦੇ 'ਚ ਜਿਹੜੀਆਂ ਡਿਗਰੀਆਂ ਲੈ ਰਹੇ ਆ ਸਾਰੇ ਬੰਦੇ, ਦੂਰ ਤੱਕ ਡਿਗਰੀਆਂ ਲੈ ਰਹੇ, ਉਹਦੇ 'ਚ ਸ਼ਾਮਲ ਹੋ ਕੇ ਹਰ ਕਿਸਮ ਦੀ ਆਪਣੀ ਜੋ ਵੀ ਤਿਲ ਫੁੱਲ ਕਿਸੇ ਦਾ ਹੈ ਉਹ ਪਾ ਰਹੇ ਆ। ਸਿੱਧੇ ਪੈਸੇ ਵੀ ਭੇਜ ਰਹੇ ਆ, ਕਿਸਾਨਾਂ ਨੂੰ ਵੀ ਭੇਜ ਰਹੇ ਆ, ਹੋਰ ਕਿਸਮ ਦੀਆਂ ਵੀ ਮਦਦ ਕਰ ਰਹੇ ਆ। ਪਰ ਇਹ ਗੱਲ ਠੀਕ ਹੈ ਕਿ ਜੇ ਕਿਸਾਨ ਆ ਕੇ ਸੜਕਾਂ ਤੇ ਬੈਠ ਗਏ ਤਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਉਹਦੇ 'ਚ ਵੀ ਹੈਗੀਆਂ, ਸੋਸ਼ਲ ਐਕਟੀਵਿਸਟ ਵੀ ਹੈਗੇ ਆ। ਉਹਨਾਂ ਨੇ ਸਾਰਿਆਂ ਨੇ ਰਲ ਕੇ ਕਿਹਾ ਕਿ ਦੇਖੋ ਇਸ ਵਾਰੀ ਸਾਨੂੰ ਸਾਰਿਆਂ ਨੂੰ ਜਿਹੜੇ NRI ਭਰਾ ਆ ਫੈਸਲਾ ਕਰਨਾ ਚਾਹੀਦੀਆਂ, ਜਿਨ੍ਹਾਂ ਦੀਆਂ ਵੀ ਪਿੱਛੇ ਪੰਜਾਬ 'ਚ ਜ਼ਮੀਨਾਂ ਹੈਗੀਆਂ ਉਹ ਠੇਕਾ ਉਕਾ ਨਾ ਲੈਣ। ਇੱਕ ਵਾਰੀ 1 ਸਾਲ ਜਾਂ 6 ਮਹੀਨੇ ਲਈ ਠੇਕਾ ਨਾ ਲੈਣਗੇ ਤੇ ਕੋਈ ਬਹੁਤਾ ਗਰੀਬ ਨਹੀਂ ਹੋਣ ਵਾਲਾ। ਇਸ ਲਈ ਜਿੱਥੋਂ ਤੱਕ ਇਹ ਪੋਸੀਬਲ ਹੋਵੇ, ਮੇਰਾ ਖਿਆਲ ਹੈ ਕਿ ਇਹ ਵੀ ਇੱਕ ਵੱਡੀ ਰਾਹਤ, ਔਰ ਉਹਨਾਂ ਦਾ ਵੱਡੀ ਰਾਹਤ ਕਿਸਾਨਾਂ ਲਈ ਤੇ ਹੋਊਗੀ, ਪਰ ਉਹਨਾਂ ਦਾ ਇੱਕ ਵੱਡਾ ਯੋਗਦਾਨ ਵੀ ਦੂਰ ਬੈਠਿਆਂ ਵੀ ਜਿਹੜੇ ਨਹੀਂ ਆ ਸਕਦੇ ਕਰੋਨਾ ਕਾਰਨਾਂ ਕਰਕੇ, ਸ਼ਾਮਲ ਨਹੀਂ ਹੋ ਸਕਦੇ, ਤੇ ਉਹਨਾਂ ਲਈ ਇੱਕ ਯੋਗਦਾਨ ਵੀ ਹੋਊਗਾ। ਮੈਂ ਇੱਥੇ ਦੱਸ ਦਿਆਂ ਕਿ ਮੈਨੂੰ ਜਾਣਨ ਵਾਲੇ ਬਹੁਤ ਸਾਰੇ ਪੁਰਾਣੇ ਜਿਹੜੇ ਹਾਣੀ ਸਟੂਡੈਂਟ ਆ, ਸਾਡੇ ਵੇਲੇ ਸਟੂਡੈਂਟ ਐਕਟਿਵਿਸਟ ਹੁੰਦੇ ਸੀ, ਉਹਨਾਂ ਦੇ ਬੱਚੇ ਹੁਣ ਗਾਂ ਡਾਕਟਰ ਬਣ ਗਏ ਹੋਏ ਆ। ਤੇ ਉਹ ਕਈ ਬੱਚੇ ਸਵੈਮਾਨ ਸਿੰਘ ਅਮਰੀਕਾ ਤੋਂ ਆ ਕੇ ਉੱਥੇ ਟਿਕਰੀ ਬਾਰਡਰ ਦੇ ਉੱਤੇ ਆਪਣੀਆਂ ਦਵਾਈਆਂ ਦੇ ਰਹੇ ਆ। ਸਾਨੂੰ ਵੀ ਉਹਨਾਂ ਨੇ ਕਿਹਾ ਕਿ ਕਿਤਾਬਾਂ ਲੈ ਕੇ ਆਓ, ਇੱਥੇ ਕੁਝ ਕਿਸਾਨ ਬੋਰ ਹੋ ਰਹੇ ਆ। ਤੇ ਅੱਜ ਅਸੀਂ ਬਹੁਤ ਸਾਰੇ ਜਿਹੜੇ ਕਿਤਾਬ ਪ੍ਰੇਮੀ ਆ, ਜਿਨ੍ਹਾਂ ਕੋਲ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ, ਇਕੱਠੀਆਂ ਕਰਕੇ ਤੇ ਦਵਾਈਆਂ ਹੋਰ ਅਸੀਂ ਇੱਥੋਂ ਇਕੱਠੀਆਂ ਕਰਕੇ ਅੱਜ ਅਸੀਂ ਟਿਕਰੀ ਬਾਰਡਰ ਵੱਲ ਲਿਜਾ ਰਹੇ ਹਾਂ, ਤਾਂ ਕਿ ਉਹ ਡਾਕਟਰ ਸਾਹਿਬਾਨ ਆਪਣੀ ਸੁਪਰਵਿਜ਼ਨ 'ਚ ਕਿਸਾਨਾਂ ਦੀ ਇਹ ਮਦਦ ਕਰ ਸਕਣ। ਮਤਲਬ ਇਹ ਇਕੱਲਾ ਦੇਸ਼ਾਂ ਵਿਦੇਸ਼ਾਂ ਤੋਂ ਇਹ ਨਹੀਂ, ਉੱਥੋਂ ਡਾਕਟਰ ਚੱਲ ਕੇ ਵੀ ਜਿਨ੍ਹਾਂ ਦਾ ਨਹੀਂ ਉੱਥੇ ਚੁੱਪ ਰਹਿ ਸਕਦੇ, ਉਹ ਆ ਕੇ ਇੱਥੇ ਵਿਦੇਸ਼ਾਂ ਤੋਂ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਹਾਂਜੀ ਰੋਮਨ। ਪ੍ਰੋਫੈਸਰ ਸਾਹਿਬ, ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ TV ਤੇ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਕਿ ਜਿੱਥੇ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ 20 ਤਰੀਕ ਨੂੰ ਹੁਣ ਜੋ ਸ਼ਰਧਾਂਜਲੀ ਸਮਾਗਮ ਹੈ ਉਹ ਪਿੰਡ ਪੱਧਰ ਤੇ ਕੀਤੇ ਜਾਣੇ ਨੇ। ਤੇ ਉਧਰ ਖੇਤੀ ਕਾਨੂੰਨਾਂ ਨੇ 5 ਹੋਰ ਕਿਸਾਨਾਂ ਦੀ ਜਾਨ ਲੈ ਲਈ ਹੈ। ਦੇਖੋ ਇਹ ਤੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਆ। ਕੁਝ ਐਕਸੀਡੈਂਟਸ ਦੇ ਵਿੱਚ ਨੌਜਵਾਨਾਂ ਦੀ ਦੋਵਾਂ ਦੀ ਮੌਤ ਹੋ ਗਈ, ਜਿਹੜੇ ਜਾ ਰਹੇ ਸੀਗੇ ਧੁੰਦ 'ਚ, ਪਤਾ ਨਹੀਂ ਚੱਲਦਾ। ਉਹ ਟਰੱਕਾਂ ਵਾਲਿਆਂ ਦਾ ਵੀ ਕੋਈ ਕਸੂਰ ਨਹੀਂ, ਉਹ ਵੀ ਅੱਧੇ ਸੁੱਤੇ ਹੁੰਦੇ ਆ। ਆਹ ਹੀ ਹਾਲਾਤ ਆ ਕਿ ਲਗਾਤਾਰ ਕੱਲ TV ਤੇ ਦੱਸਿਆ ਜਾ ਰਿਹਾ ਸੀਗਾ ਕਿ 38 ਪਿਛਲੇ 3 ਮਹੀਨਿਆਂ ਦੇ ਅੰਦਰ 38 ਤਕਰੀਬਨ ਸ਼ਹੀਦ ਕਿਸਾਨ ਹੋ ਚੁੱਕੇ ਆ, ਉਹ 'ਚ ਕਈ ਨੌਜਵਾਨ ਵੀ ਹੈ। ਔਰ ਇੱਕ ਦਿਨ 'ਚ 5 ਜਾਨਾਂ ਚਲੇ ਜਾਣੀਆਂ, ਜਿਸ 'ਚ 37 ਸਾਲ ਦਾ ਇੱਕ ਨੌਜਵਾਨ ਵੀ, ਜਿਹਨੂੰ ਹਾਰਟ ਅਟੈਕ ਹੋਇਆ, ਉਹ ਸਾਡੇ ਤੋਂ ਸਦਾ ਲਈ ਚਲੇ ਗਏ, ਵਿਛੜ ਗਏ। ਇਹ ਬੜੀ ਅਫਸੋਸ ਦੀ ਗੱਲ ਹੈਗੀ ਆ ਰੋਮਨ।
ਜਿਹੜਾ 20 ਤਰੀਕ ਦੀ ਸ਼ਰਧਾਂਜਲੀ ਮਨਾਈ ਦਿੱਤੀਆਂ ਜਾ ਰਹੀਆਂ ਉਹਦੇ ਨਾਲ ਜਿੱਥੇ ਇੱਕ ਆਪਾਂ ਉਹਨਾਂ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕਰਾਂਗੇ, ਨਾਲ ਹੀ ਨਾਲ ਇਹ ਆਪਾਂ ਉਹਨਾਂ ਦੀਆਂ ਸ਼ਹੀਦੀਆਂ ਤੋਂ ਪ੍ਰੇਰਨਾ ਵੀ ਲਵਾਂਗੇ ਔਰ ਆਪਣਾ ਅਹਿਦ, ਆਪਣਾ ਫੈਸਲਾ ਦੁਬਾਰਾ ਪੱਕਾ ਕਰਾਂਗੇ ਕਿ ਜਦ ਤੱਕ ਅਸੀਂ ਇਸ ਹੱਕ ਹਕੂਕ ਦੀ ਲੜਾਈ, ਖੇਤੀ ਨੂੰ ਬਚਾਉਣ ਦੀ ਲੜਾਈ ਔਰ ਕਿਸਾਨਾਂ ਦੇ ਭਵਿੱਖ ਦੀ ਲੜਾਈ ਨੂੰ ਜਿੱਤ ਨਹੀਂ ਲੈਂਦੇ, ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਮੈਨੂੰ ਲੱਗਦਾ ਕਿ ਇਹ ਵੀ ਉਹਦਾ ਨਾਲੋਂ ਨਾਲ ਹੀ ਇੱਕ ਕਿਸਮ ਦਾ ਕੋਈ ਉਹਦੇ 'ਚ ਇਹ ਨਹੀਂ ਕਿ ਅਫਸੋਸ ਇਕੱਲੇ ਦੀ ਗੱਲ ਹੋਊਗੀ, ਰਾਦਰ ਉਹ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਸ ਦੇ ਉੱਤੇ ਉਹਨਾਂ ਨੂੰ ਯਾਦ ਕਰਕੇ, ਸ਼ਹੀਦਾਂ ਨੂੰ ਯਾਦ ਕਰਕੇ ਸਾਡੇ ਪੰਜਾਬੀ ਵੀਰ 20 ਤਰੀਕ ਨੂੰ ਇਸ ਗੱਲ ਦਾ ਅਹਿਦ ਕਰਨਗੇ, ਫੈਸਲਾ ਕਰਨਗੇ ਕਿ ਅਸੀਂ ਹੋਰ ਅੱਗੇ ਉਸ ਮੋਰਚੇਬੰਦੀ ਦੇ ਵਿੱਚ, ਉਸ ਲੜਾਈ 'ਚ ਕਿਵੇਂ ਵਧਣਾ। ਅਲੱਗ-ਅਲੱਗ ਜਗ੍ਹਾ ਤੋਂ ਕੋਈ ਬਲਾਕ ਲੈਵਲ 'ਤੇ ਵੀ ਹੋਣਗੇ, ਕੋਈ ਜ਼ਿਲ੍ਹੇ ਲੈਵਲ 'ਤੇ ਵੀ ਹੋ ਸਕਦੇ ਆ, ਪਿੰਡਾਂ ਪੱਧਰ 'ਤੇ ਵੀ ਹੋਣਗੇ। ਅਸਲ ਵਿੱਚ ਬਹੁਤ ਸਾਰੀ ਜਗ੍ਹਾ ਪਹਿਲਾਂ ਹੀ ਮੋਮਬੱਤੀਆਂ ਜਗਾ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ। ਜਿਸ ਦਿਨ ਤੋਂ ਵੀ ਉਹਨਾਂ ਨੇ ਆਈਡੀਆ ਅਪਲੋਡ ਕੀਤਾ ਅਲੱਗ-ਅਲੱਗ ਜਗ੍ਹਾ 'ਤੇ, ਭਾਵੇਂ ਉਹ ਸਮੁੱਚੇ ਪੰਜਾਬ 'ਚ ਨਹੀਂ ਹੋ ਰਿਹਾ, ਪਰ ਜਿੱਥੇ ਵੀ ਲੋਕ ਆਪਣੀ ਸਹਾਨਭੂਤੀ ਕਰਨਾ ਚਾਹੁੰਦੇ ਆ, ਨਾਲ ਉਹ ਸ਼ਾਮਲ ਹੋਣਾ ਚਾਹੁੰਦੇ ਆ, ਤੇ ਉਹ ਪਹਿਲਾਂ ਹੀ ਇਸ ਪ੍ਰੋਸੈਸ ਨੂੰ, ਇਸ ਕਾਰਵਾਈ ਨੂੰ, ਇਸ ਚੀਜ਼ਾਂ ਨੂੰ ਸ਼ੁਰੂ ਕਰ ਚੁੱਕੇ ਆ। ਰੋਮਨ ਜੀ ਪ੍ਰੋਫੈਸਰ ਸਾਹਿਬ, ਜਿਵੇਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਹੁਣ ਕਿਸਾਨਾਂ ਦੀ ਸਿੰਪੈਥੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਉਹਨਾਂ ਨੇ ਕੱਲ ਸੰਸਦ ਵਿੱਚ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ, ਪਰ ਇਹੀ ਕੇਜਰੀਵਾਲ ਸਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਨਵੇਂ ਖੇਤੀ ਕਾਨੂੰਨ ਨੂੰ ਪਾਸ ਕਰਨ ਦੀ ਮਨਜ਼ੂਰੀ ਵੀ ਦਿੱਤੀ ਸੀ। ਰੋਮਨ, ਰਾਜਨੀਤਿਕ ਲੋਕ, ਮੈਨੂੰ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸਾਡੇ ਕਿਸਾਨ ਲੀਡਰ ਸਾਹਿਬਾਨਾਂ ਨੇ, ਉਹਨਾਂ ਨੇ ਬੜੇ ਸਾਫ਼ ਸ਼ਬਦਾਂ 'ਚ ਕਿਹਾ। ਉਹਨਾਂ ਨੇ ਬੀਬੀ ਜਗੀਰ ਕੌਰ ਨੇ ਵੀ ਕਿਤੇ ਕੋਈ ਆਪਣਾ ਨਵੇਂ ਪ੍ਰਧਾਨ ਬਣੇ ਆ SGPC ਦੇ, ਕੁਝ ਕਹਿ ਦਿੱਤਾ ਕਿ ਦੇਖੋ ਬਹੁਤ ਸਾਰੇ ਕਿਸਾਨ ਜਿਹੜੇ ਵੀਰ ਆ ਅਸੀਂ ਅਕਾਲੀ ਦਲ ਵੱਲੋਂ ਉੱਥੇ ਭੇਜੇ ਹੋਏ ਆ, ਤੇ ਇਸ ਗੱਲ ਦਾ ਬੜਾ ਰਿਐਕਸ਼ਨ ਹੋਇਆ ਵੀ ਤੁਸੀਂ ਕਿਸਾਨਾਂ ਦੀ ਐਡੀ ਸਾਰੀ ਮਿਹਨਤ ਨੂੰ ਤੁਸੀਂ ਫਿਰ ਰਾਜਨੀਤੀ ਨਾ ਕਰੋ। ਇਸ ਗੱਲ ਦੀ ਭਰਸਨਾ ਹੋਈ ਆ। ਮੈਨੂੰ ਲੱਗਦਾ ਬਿਲਕੁਲ ਵਾਕਿਆ ਹੀ ਜਾਂ ਤੇ ਆਪਾਂ ਸ਼ੁਰੂ ਤੋਂ ਕਿਸੇ ਗੱਲ 'ਚ ਸ਼ਾਮਲ ਹੁੰਦੇ, ਜੇ ਅਕਾਲੀ ਦਲ ਆ ਤੇ ਜੇ ਉਸ ਨੂੰ ਆਪਣੇ ਤੌਰ ਤੇ ਇੱਕ ਵੱਡੇ ਪੱਧਰ ਤੇ ਅਸੀਂ ਬੜੀ ਦੇਰ ਦੇ ਕਹਿੰਦੇ ਆ ਰਹੇ ਹਾਂ ਕਿ ਕਿਸੇ ਨੇ ਹੱਥ ਨਹੀਂ ਬੱਧੇ। ਜੇ ਤੁਹਾਡੇ ਕੋਲ ਕਿਸਾਨੀ 10,000 ਕਿਸਾਨੀ ਹੈਗੀ ਆ ਜਿਹੜੀ ਕਿ ਕੋਈ ਗੱਲ ਨਹੀਂ, ਉਸ ਨੂੰ ਤੋੜ ਕੇ ਤੁਸੀਂ ਆਪਣੀ ਬਰਾਬਰ ਦੀ ਵੱਡੇ ਪੱਧਰ ਤੇ ਜੋ ਮੋਰਚਾਬੰਦੀ, ਜਿਹੜੇ ਬਾਰਡਰ ਖਾਲੀ ਆ, ਪਹੁੰਚੋ ਤਾਂ ਉੱਥੇ ਲੈ ਕੇ। ਤੁਹਾਨੂੰ ਕੋਈ ਰੋਕ ਰਿਹਾ? ਕੋਈ ਨਹੀਂ ਰੋਕ ਰਿਹਾ। ਤੁਸੀਂ ਉਸ ਨੂੰ ਉਹ ਕਰਨ ਦੀ ਜਗ੍ਹਾ ਐਵੇਂ ਇਸ ਕਿਸਮ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ। ਉਹ ਕਾਫੀ ਬੂਮਰੈਂਗ ਕੀਤੀ ਆ ਉਹ, ਜਾਣੀ ਮਤਲਬ ਲੋਕਾਂ ਕਿਸਾਨ ਲੀਡਰਾਂ ਨੇ ਉਹਨੂੰ ਬਹੁਤਾ ਚੰਗਾ ਨਹੀਂ ਸਮਝਿਆ। ਇਸੇ ਤਰੀਕੇ ਨਾਲ ਹੀ ਕੇਜਰੀਵਾਲ ਬਾਰੇ ਵੀ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ। ਉਹੀ ਕੇਜਰੀਵਾਲ ਜਿਹਨੂੰ ਪੰਜਾਬ ਦਾ ਹੀਰੋ ਮੰਨਿਆ ਜਾਂਦਾ ਸੀਗਾ, ਔਰ ਉਹਨਾਂ ਦੀ ਇੱਕ ਮਾੜੀ ਜੀ ਅੱਖ ਝਪਕਣ ਦੇ ਨਾਲ ਪੂਰਾ ਪੰਜਾਬ ਹਿਲਦਾ ਸੀਗਾ, ਔਰ ਉਹਨਾਂ ਨੂੰ ਦੇਵਤੇ ਵਾਂਗੂ ਲੋਕ ਇੱਕ ਸਟੇਜ ਦੇ ਉੱਤੇ, ਮੈਂ ਵਿੱਚ ਸੀਗਾ 2014 'ਚ, ਮੈਨੂੰ ਪਤਾ ਦੇਵਤਾ ਸਮਝਦੇ ਸੀ। ਮੈਂ ਕੇਜਰੀਵਾਲ ਨੂੰ ਦੱਸਿਆ ਵੀ ਸੀ, ਮੈਂ ਕਿਹਾ ਵੀ ਦੇਵਤੇ ਬਣਨਾ ਬੜਾ ਔਖਾ ਤੇ ਥੋੜਾ ਧਿਆਨ ਨਾਲ ਰਾਜਨੀਤੀ ਤੇ ਚੱਲਣ ਵਾਲਾ। ਰੋਜ਼ ਦੇਖੋ ਜਦੋਂ ਸੱਤਾ ਆ ਜਾਂਦੀ ਹੈ, ਜੋ ਅਸਲੀਅਤ ਹੁੰਦੀ ਹੈ ਸਾਹਮਣੇ ਆ ਜਾਂਦੀ। ਤੁਸੀਂ ਠੀਕ ਕਿਹਾ ਕਿ ਪਹਿਲਾਂ ਤੁਸੀਂ ਨੋਟੀਫਾਈ ਕਰਤਾ ਇੱਕ ਕਾਨੂੰਨ ਉਹਨਾਂ 'ਚੋਂ ਪਿਛਲੇ ਮਹੀਨੇ ਦੀ 23 ਤਰੀਕ ਨੂੰ, ਤਾਂ ਹੁਣ ਤੁਸੀਂ ਉਹਨੂੰ ਪਾੜ ਰਹੇ ਆ। ਕਿਹੜੀ ਚੀਜ਼ ਦਾ ਡਰਾਮਾ? ਇੰਜ ਨਹੀਂ ਕਰਨਾ ਚਾਹੀਦਾ ਹੈਗਾ। ਜੇ ਇੱਕ ਹੋਰ ਇਹਨਾਂ ਨੂੰ ਮੌਕੇ ਬਹੁਤ ਮਿਲੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਆਪਣੀ ਕਿਸਾਨਾਂ ਨਾਲ ਸਿੰਪਥੀ ਕਰਨ ਦੇ ਜਾਂ ਉਹਨਾਂ ਦੇ ਵਿੱਚ ਸ਼ਾਮਲ ਹੋਣ ਦੇ ਬਹੁਤ ਮੌਕੇ ਮਿਲੇ ਸੀ। ਫਾਰ ਇੰਸਟੈਂਸ ਜਿਹੜਾ ਹੁਣ ਪਿੱਛੇ 8 ਤਰੀਕ ਦਾ ਬੰਦ ਹੋਇਆ ਸੀਗਾ, ਉਹਦੇ ਵਿੱਚ ਇਹਨਾਂ ਨੂੰ ਦਿੱਲੀ ਦਾ ਜਾਮ ਕਰ ਦੇਣਾ ਚਾਹੀਦਾ ਸੀਗਾ। ਇਹਨਾਂ ਕੋਲ 62 MLA ਆ, ਬੜੀ ਕੁਝ ਵੀ ਨਹੀਂ ਹੋਇਆ। ਬਿਲਕੁਲ ਦਿੱਲੀ ਨਾਰਮਲ ਵਾਂਗੂ ਸੀ। ਇਹਦਾ ਮਤਲਬ ਤੁਸੀਂ ਅਸੈਂਬਲੀ ਦੇ ਵਿੱਚ ਐਵੇਂ ਮੀਡੀਆ 'ਚ ਕਾਗਜ਼ ਪਾੜ ਕੇ ਐਵੇਂ ਹੁਣ ਇੱਧਰ ਉੱਧਰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ 'ਚੋਂ ਪੈਰ ਹਿੱਲ ਰਹੇ ਆ, ਤੇ ਇਸ ਲਈ ਹੁਣ ਦੁਬਾਰਾ ਪੈਰ ਕਿਵੇਂ ਜਮਾਉਣੇ ਆ। ਚੋਣਾਂ ਸਿਰ ਤੇ ਆਈਆਂ, UP 'ਚ ਵੀ ਚੋਣਾਂ ਲੜਨ ਦੀ ਤਿਆਰੀ ਹੋ ਰਹੀ ਆ, ਤੇ ਇਹ ਚੋਣਾਂ ਦਾ ਜ਼ਿਆਦਾ ਡਰਾਮਾ ਹੋ ਰਿਹਾ, ਨਾ ਕਿ ਕਿਸਾਨਾਂ ਦੇ ਅਸਲ ਮਾਨਿਆਂ 'ਚ ਕੋਈ ਉਹਨਾਂ ਦੀ ਮਦਦ ਕਰਨਾ ਕੋਈ ਉਹਨਾਂ ਦੀ ਮਦਦ ਕਰਨਾ ਆ ਜਾਂ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਆ। ਮੈਨੂੰ ਉਸ ਤਰ੍ਹਾਂ ਦਾ ਕੋਈ ਬਹੁਤਾ ਕਮਿਟਮੈਂਟ ਨਹੀਂ ਲੱਗਦੀ। ਉੱਪਰੋਂ ਜਿਵੇਂ ਹਰ ਪਾਰਟੀ ਰੱਸੇ ਤੜਾ ਕੇ ਹੁਣ ਇਸ ਗੱਲ ਦਾ ਦੱਸਣਾ ਚਾਹੁੰਦੀ ਆ ਕਿ ਅਸੀਂ ਵੀ ਨਾਲ ਆ, ਅਸੀਂ ਵੀ ਬਹੁਤ ਵੱਧ ਹੇਤੂ ਹੈਗੇ ਆ। ਕੱਲ੍ਹ ਵੀ ਦੇਖੋ ਜਦੋਂ ਬਾਬਾ ਰਾਮ ਸਿੰਘ ਜੀ ਦਾ ਸੀਗਾ, ਉੱਥੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਪਹੁੰਚੇ ਸੀ। ਦੂਜੇ ਪਾਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹੋਰਨਾਂ ਉਹਨਾਂ ਦੇ ਪੱਠਲ ਦੇ ਵੀ ਸਾਰਿਆਂ ਦੇ ਬਿਆਨ ਆਇਆ ਕਿ ਬੜੀ ਮਾੜੀ ਗੱਲ ਹੋਈ। ਇਸ ਲਈ ਮਤਲਬ ਉਹਨਾਂ ਨੂੰ
ਦੁੱਖ ਤੇ ਹੋ ਰਿਹਾ ਕਿ ਏਡੇ ਏਡੇ ਵੱਡੇ ਇਕੱਠ ਹੋਣ ਪੋਲੀਟੀਕਲ ਪਾਰਟੀਆਂ ਨੂੰ ਕਿ ਅਸੀਂ ਉਹਨਾਂ 'ਚ ਸ਼ਾਮਲ ਨਾ ਹੋਈਏ, ਅਸੀਂ ਉੱਥੇ ਦਿਖੀਏ ਨਾ। ਇਹ ਇੱਕ ਜੀ ਰਾਜਨੀਤਿਕ ਲੀਡਰ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਟਾਈਮ ਤੇ ਚੁਣੌਤੀਪੂਰਵਕ ਟਾਈਮ ਹੁੰਦਾ, ਪਰ ਇਹ ਹੋ ਰਿਹਾ। ਉਹਨਾਂ ਨੂੰ ਸਮਝਣਾ ਚਾਹੀਦਾ, ਇਹਦੇ ਤੋਂ ਸਬਕ ਸਿੱਖਣਾ ਚਾਹੀਦਾ ਕਿ ਤੁਸੀਂ ਲੋਕਾਂ ਨਾਲੋਂ ਕਿੰਨੇ ਨਿਖੜੇ ਹੋਏ ਆ, ਔਰ ਤੁਸੀਂ ਆਪਣੇ ਵੱਲ ਧਿਆਨ ਜ਼ਿਆਦਾ, ਆਪਣੇ ਪਰਿਵਾਰਾਂ ਵੱਲ ਧਿਆਨ ਜ਼ਿਆਦਾ ਦਿੰਦੇ ਆ, ਔਰ ਲੋਕਾਂ ਦੀ ਸੇਵਾ ਨਹੀਂ ਕੀਤੀ। ਇਸ ਲਈ ਲੋਕ ਤੁਹਾਨੂੰ 100 ਗਜ ਦੂਰ ਹੀ ਰੱਖਣਾ ਚਾਹੁੰਦੇ ਆ, ਤੇ ਇਸ ਲਈ ਇਹ ਉਹਨਾਂ ਲਈ ਸਬਕ ਦਾ ਇੱਕ ਮੌਕਾ ਹੈਗਾ। ਪਰ ਮੈਂ ਤੇ ਜਿਹੜੀ ਤੁਸੀਂ ਕੇਜਰੀਵਾਲ ਵਾਲੇ ਗੱਲ ਕਹੀ ਹੈ, ਉਹ ਬਿਲਕੁਲ ਉਹਨਾਂ ਨੂੰ ਉਸੇ ਹੀ ਕੈਟੇਗਰੀ 'ਚ ਰੱਖਿਆ। ਉਹਨਾਂ ਨੇ ਕਹਿਤਾ ਕਿ ਉਹਨਾਂ ਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰਨਾ। ਉਹ ਇਸ ਕਰਕੇ ਇਸ ਤਰੀਕੇ ਨਾਲ ਬੜਾ ਡਿਪਲੋਮੈਟਿਕ ਜਵਾਬ ਹੈਗਾ ਕਿ ਤੁਸੀਂ ਆਪੇ ਬੁੱਝੋ ਮੇਰੀ ਬਾਤ ਵਾਲੀ ਗੱਲ ਕਹਿ ਕੇ ਉਹਨਾਂ ਨੇ ਬੰਦ ਕਰਤਾ। ਹਾਂਜੀ ਰੋਮਨ ਜੀ ਪ੍ਰੋਫੈਸਰ ਸਾਹਿਬ, ਉਹਦੇ ਦੂਜੇ ਪਾਸੇ ਅਰਥ ਸ਼ਾਸਤਰੀਆਂ ਨੇ ਵੀ ਹੁਣ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਦੇਖੋ, ਦੋ ਕਿਸਮ ਦੇ ਅਰਥ ਸ਼ਾਸਤਰੀ ਹੈਗੇ ਆ। ਇੱਕ ਹੈਗੇ ਆ ਵਰਲਡ ਬੈਂਕੀਏ, ਜਿਨ੍ਹਾਂ ਨੂੰ ਆਪਾਂ ਅੰਤਰਰਾਸ਼ਟਰੀ ਮੋਨੀਟਰੀ ਫੰਡ ਜਾਨੀ ਮੁਦਰਾ ਕੋਸ਼, ਜਿਹੜਾ ਵਿਸ਼ਵ ਮੁਦਰਾ ਕੋਸ਼ ਦਾ IMF ਕਹਿੰਦੇ ਆ, ਇੰਟਰਨੈਸ਼ਨਲ ਮੋਨੀਟਰੀ ਫੰਡ, ਜਾਂ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ। ਇੱਕ ਉਹਨਾਂ ਦੇ ਝੋਲੀ ਚੁੱਕ ਇਕੋਨੋਮਿਸਟ ਹੈਗੇ ਆ, ਪੰਜਾਬ 'ਚ ਵੀ ਇੱਕ ਦੋ ਇਹੋ ਜਿਹੇ ਹੈਗੇ ਆ, ਔਰ ਨੀਤੀ ਆਯੋਗ 'ਚ ਵੀ ਉਸ ਕਿਸਮ ਦੀ ਸੋਚ ਰੱਖਣ ਵਾਲੇ ਕਈ ਬੰਦੇ ਹੈਗੇ ਆ, ਇਕੋਨੋਮਿਸਟ ਹੈਗੇ। ਪਰ ਦੂਜੇ ਪਾਸੇ ਜਿਹੜੇ ਲੋਕ ਹੇਤੂ ਇਕੋਨੋਮਿਸਟ ਆ, ਉਹ ਕੇਰਲਾ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਜਿਵੇਂ BJP ਦੱਸਦੀ ਆ, ਉਹਨਾਂ ਨੇ ਕੱਲ ਸਾਰਿਆਂ ਨੇ ਮਿਲ ਕੇ ਸਾਂਝਾ ਬਿਆਨ ਦਿੱਤਾ। ਮੈਂ ਬਹੁਤਿਆਂ ਨੂੰ ਉਹਨਾਂ 'ਚੋਂ ਜਾਣਦਾ, ਕਿਉਂਕਿ ਮੇਰਾ ਬਹੁਤਾ ਦਿਲਚਸਪੀ ਹਮੇਸ਼ਾ ਇਕਨੋਮਿਕਸ ਵਿੱਚ ਰਹੀ। ਮੈਂ ਕਿਤਾਬਾਂ ਸਾਰੀਆਂ ਇਕਨੋਮਿਕਸ ਵਿੱਚ ਹੀ ਲਿਖੀਆਂ, ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਇਕਨੋਮਿਕਸ 'ਚ ਲਿਖ ਰਿਹਾ, ਪਰ ਮੇਰੀ ਦਿਲਚਸਪੀ ਰਹੀ ਹੈ। ਤਾਂ ਇਸ ਕਰਕੇ ਮੈਂ ਉਹਨਾਂ ਸਾਰਿਆਂ ਨੂੰ, ਬਹੁਤਿਆਂ ਨੂੰ ਜਾਣਦਾ ਜਿਨ੍ਹਾਂ ਨੇ ਇਹ ਬਿਆਨ, ਸਾਂਝਾ ਬਿਆਨ ਦਿੱਤਾ। ਤੇ ਪੀ ਸਾਈਨਾਥ ਇੱਕ ਬਹੁਤ ਹੀ ਵਧੀਆ ਨਫੀਸ ਆਦਮੀ ਆ, ਉਹ ਵੀ ਉਹਨਾਂ 'ਚ ਸ਼ਾਮਲ ਹੈਗੇ। ਉਹ ਤੇ ਲਗਾਤਾਰ ਸਗੋਂ ਰੈਲੀਆਂ ਨੂੰ ਵੀ ਆ ਕੇ ਐਡਰੈਸ ਕਰ ਗਏ ਆ। ਅੱਜ ਵੀ ਉਹਨਾਂ ਦਾ ਬਿਆਨ ਆਇਆ। ਉਹ ਸਾਰਿਆਂ ਦਾ ਕਹਿਣਾ ਕਿ ਇਹ ਬਿਲਕੁਲ ਹੀ ਅਧਿਕਾਰ ਖੇਤਰ ਹੀ ਨਹੀਂ ਸੈਂਟਰ ਦਾ। ਔਰ ਦੂਸਰੀ ਗੱਲ ਮੈਂ ਇੱਥੇ ਸਾਫ਼ ਸ਼ਬਦਾਂ 'ਚ ਫਿਰ ਦੁਹਰਾ ਦਿਆਂ, ਕਈ ਵਾਰੀ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਦੁਨੀਆ ਦੇ ਵਿੱਚ ਭਾਵੇਂ ਕਿਸੇ ਫਾਰਮਰ ਦੀ ਜ਼ਮੀਨ 10,000 ਏਕੜ ਆ, 20,000 ਏਕੜ ਆ, 10 ਮੀਲ ਲੰਬਾ ਉਹਦਾ ਫਾਰਮ ਆ, ਜਾਂ 20 ਮੀਲ ਲੰਬਾ ਐਗਰੀਕਲਚਰ ਫਾਰਮ ਆ, ਏਡੇ ਏਡੇ ਵੱਡੇ ਫਾਰਮ ਵੀ ਹੋਣ, ਤਾਂ ਵੀ ਜੇ ਸਰਕਾਰ ਉਹਨਾਂ ਨੂੰ ਸਬਸਿਡੀ ਨਹੀਂ ਦਿੰਦੀ, ਖੇਤੀ ਨਹੀਂ ਬਚ ਸਕਦੀ। ਔਰ ਜਿਹੜੀ MSP ਹੈ, ਉਹ ਤੁਸੀਂ ਇੰਝ ਹੀ ਸਮਝ ਲਓ, ਜਿਹੜੀ MSP ਹੈ ਉਹ ਸਬਸਿਡੀ ਹੈਗੀ। ਤੁਸੀਂ ਉਸ ਨੂੰ ਜੇ ਬੰਦ ਕਰਨਾ ਚਾਹੁੰਦੇ ਆ, ਪ੍ਰਾਈਵੇਟ ਮੰਡੀਆਂ ਨਾਲ ਲਿਆਉਣਾ ਚਾਹੁੰਦੇ ਆ, ਜਿਹੜੀਆਂ ਸਰਕਾਰੀ ਮੰਡੀਆਂ APMC ਜਿਹੜੀ ਮੰਡੀ ਬੋਰਡ ਆ ਜਾਂ ਮੰਡੀਕਰਨ ਸਰਕਾਰੀ ਹੈਗਾ, ਉਹਨੂੰ ਕਮਜ਼ੋਰ ਕਰਨਾ ਚਾਹੁੰਦੇ ਆ, ਤੇ ਦੱਸਣਾ ਕੀ ਚਾਹੁੰਦੇ ਆ ਕਿ ਸਰਕਾਰ ਜਿਹੜੀ ਓਪਨ ਮਾਰਕੀਟ ਦੇ ਵਿੱਚ ਕਿਸਾਨਾਂ ਨੂੰ ਖਤਮ ਹੋਣ ਲਈ, ਤਬਾਹ ਹੋਣ ਲਈ ਸੁੱਟ ਰਹੀ ਹੈ ਵੱਡੇ ਵੱਡੇ ਕਾਰਪੋਰੇਟਾਂ ਦੇ ਸਾਹਮਣੇ, ਜਿਹੜੇ ਕਿ ਜੱਜਾਂ ਤੱਕ ਖਰੀਦਣ ਨੂੰ ਜਿਹੜੇ ਪੂਰੇ ਕਾਬਿਲ ਹੈਗੇ ਆ, ਉਹਨਾਂ ਨੂੰ ਜੱਜਾਂ ਤੱਕ ਆਪਣੇ ਹੱਕ 'ਚ, ਸੁਪਰੀਮ ਕੋਰਟ ਦੇ ਜੱਜਾਂ ਤੇ ਵੀ ਆਪਣੇ ਹੱਕ 'ਚ ਜੱਜਮੈਂਟਾਂ ਲੈ ਸਕਦੇ ਆ। ਤੇ ਉਹ ਕਿੱਥੇ ਵਿਚਾਰੇ ਕੱਲੇ ਕੱਲੇ ਜਿਹੜੇ ਕਿਸਾਨ ਉਹਨਾਂ ਦਾ ਮੁਕਾਬਲਾ ਕਰਨਗੇ। ਇਹ ਕਾਨੂੰਨ ਜਿਹੜੇ ਆ ਦੇਸ਼ ਦੇ ਅੰਦਰ ਬਿਲਕੁਲ ਤੇ ਬਿਲਕੁਲ, ਜਾਂ ਤੇ ਇਹਨਾਂ ਨੇ ਜਿਹੜੇ ਵਰਲਡ ਬੈਂਕ ਆ, IMF ਆ, WTO ਆ, ਉਹਨਾਂ ਦੇ ਦਬਾਅ ਥੱਲੇ ਇਹੋ ਜਿਹੇ ਫੈਸਲੇ ਕੀਤੇ ਆ, ਜਾਂ ਇਹਨਾਂ ਨੇ ਨਾਲੋਂ ਨਾਲ ਆਪਣੀ ਭਿਆਲੀ ਕਾਰਪੋਰੇਟਾਂ ਨਾਲ ਪਗਾਉਣ ਲਈ ਕੀਤੇ ਆ। ਪਰ ਜੋ ਵੀ ਇਹ ਕੀਤਾ, ਦੇਸ਼ ਦੀ ਤਬਾਹੀ ਲਈ ਕੀਤਾ। ਇਹ ਸਾਰਾ ਉਹਨਾਂ ਨੇ, ਜਿਹੜੇ ਸਾਡੇ ਇਕੋਨੋਮਿਸਟ ਵੀਰ ਆ, ਉਹਨਾਂ ਨੇ ਉਸ ਗੱਲ ਨੂੰ ਦੁਹਰਾਇਆ ਕਿ ਸਰਕਾਰ ਜਿੱਦ ਨਾ ਕਰੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਲਈ ਆਰਥਿਕ ਸੰਕਟ ਨੂੰ ਹੋਰ ਡੂੰਘਾ ਕਰੂਗੀ। ਲੋੜ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤਾ ਜਾਏ, ਤਾਂ ਕਿ ਇਕੋਨਮੀ ਜਿਹੜੀ ਬੜੀ ਸਰਦ ਰੁੱਤ ਦੇ ਵਿੱਚ ਠੰਡੀ ਪੈ ਗਈ ਆ, ਉਹਦੇ ਵਿੱਚ ਥੋੜੀ ਗਰਮੈਸ਼ ਆਏ ਤੇ ਇਕੋਨਮੀ ਦਾ ਚੱਕਾ ਚੱਲਣਾ ਸ਼ੁਰੂ ਹੋਏ। ਹਾਂਜੀ ਰੋਮਨ ਜੀ ਪ੍ਰੋਫੈਸਰ ਸਾਹਿਬ, ਇਸ ਨਾਲ ਵੇਲਾ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ। ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਰੋਮਨ ਜੀ, ਤੁਹਾਡਾ, ਤੁਹਾਡੀ ਟੀਮ ਦਾ, ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ। ਕੱਲ ਫਿਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਧੰਨਵਾਦ।